ਬੇਸ਼ਰਮੀ ਵਾਲੀ ਗੱਲ ਆ, ਅਸੀਂ ਲੰਗਰ ਦੇ ਰਹੇ ਹਾਂ, ਬੇਸ਼ਰਮੀ ਵਾਲੀ ਕਈ ਮੇਰੇ ਸਿੱਖ ਭਰਾਵਾਂ ਨੇ, ਕਈ ਹਿੰਦੂ ਭਰਾਵਾਂ ਨੇ ਮੈਨੂੰ ਮਾੜਾ ਚੰਗਾ ਕਿਹਾ ਵੀ ਤੂੰ ਉੱਥੇ ਕੀ ਕਰਨ ਗਿਆ ਸੀ। ਮੇਰੇ ਭਰਾਵੋ, ਮੈਂ ਪਾਰਟਿਕੂਲਰ ਏਰੀਆ ਮੰਦਿਰ ਦੇ ਵਿੱਚ ਵਰਤਾ ਰਿਹਾ ਸੀ। ਸਵੇਰ ਦੇ ਪਹਿਲਾਂ ਬਿਸਕੁਟ ਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਜੋ ਸਾਨੂੰ ਦਿਖਿਆ ਵੀ ਉੱਥੇ ਦੀ ਉਹ ਸਥਿਤੀ ਸੀਗੀ, ਉਸ ਦੇ ਅਕੋਰਡਿੰਗ ਅਸੀਂ ਉੱਥੇ ਠੰਡਾ ਲੈ ਕੇ ਗਏ। ਉੱਥੇ 5-7 ਭਰਾ ਖੜੇ ਸੀ, ਉਹਨਾਂ ਨੇ ਕਿਹਾ ਜੀ ਵੀ ਸ਼ਾਇਦ ਉਸ 'ਚ ਜ਼ਹਿਰ ਨਾ ਹੋਏ, ਉਸ 'ਚ ਕੁਝ ਮਿਲਿਆ ਨਾ ਹੋਏ। ਤੇ ਜਿਹੜੇ ਮੇਰੇ ਨਾਲ ਖੜੇ ਹੋਏ ਸੀਗੇ ਹਿੰਦੂ ਸੰਗਠਨ ਵਾਲੇ, ਉਹ ਸੀਗੇ ਜਿਹੜੇ ਹਰੀ ਸਿੰਗਲੇ ਦੇ ਨਾਲ ਸੀਗੇ, ਤੇ ਜਿਹੜੇ ਇੱਧਰਲੇ ਪਾਸੇ ਹਿੰਦੂ ਸੰਗਠਨ ਵਾਲੇ ਸੀਗੇ ਜਿਹੜੇ ਮੰਦਿਰ ਦੇ ਬੰਦੇ ਸੀ, ਉਹਨਾਂ ਨੇ ਜਦੋਂ ਉਹਨਾਂ ਨੇ ਵਰਡਿੰਗ ਕਹੀ, ਉਹਨਾਂ ਨੇ ਕਿਹਾ ਭਾਜੀ ਤੁਸੀਂ ਸਾਨੂੰ ਹੋਰ ਦਿਓ। ਉਹਦਾ ਮਤਲਬ ਕੀ ਸੀ? ਮੈਂ ਇੱਕ ਗੱਲ ਕਹੂੰਗਾ ਵੀ ਭਰਾਵੋ, ਆਪਾਂ ਜੇ ਧਰਮ ਦੇਖ ਕੇ ਕਿਸੇ ਨੂੰ ਕੋਈ ਚੀਜ਼ ਦੇਣੀ ਹੈ ਤਾਂ ਆਪਾਂ ਸਿੱਖ ਨਹੀਂ। ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਪਬਲਿਸਿਟੀ ਦੇ ਲਈ ਗਏ। ਜੇ ਮੈਂ ਪਬਲਿਸਿਟੀ ਲਈ ਜਾਵਾਂਗਾ ਤਾਂ ਮੈਂ ਪਿਛਲੇ ਮਹੀਨੇ 2 ਮਹੀਨੇ 6 ਮਹੀਨੇ ਤੋਂ ਕਰ ਰਿਹਾ ਹੋਵਾਂਗਾ। ਤੁਸੀਂ ਮੇਰਾ 3 ਸਾਲ ਦਾ ਰਿਕਾਰਡ ਖੋਲ ਕੇ ਦੇਖ ਲਓ ਜੀ। ਜੇ ਕੁਝ ਹੁੰਦਾ ਤਾਂ ਸ਼ਾਇਦ ਮੈਨੂੰ ਬਚਾਉਣ ਵਾਲੇ, ਜੇ ਮਾਰਨ ਵਾਲੇ 5 ਸੀ ਤਾਂ ਮੈਨੂੰ ਬਚਾਉਣ ਵਾਲੇ 100 ਸੀ। ਮੈਂ ਆਪਣੀ ਸੇਵਾ ਕਰਨ ਗਿਆ ਸੀ ਉੱਥੇ, ਤੇ ਕਿੱਥੇ ਵੀ ਲੋੜ ਪਏਗੀ ਮੈਂ ਦੁਬਾਰਾ ਜਾਵਾਂਗਾ। ਸਾਡੀ ਸੰਸਥਾ ਦੇ ਸਾਰੇ ਮੈਂਬਰ ਜਾਣਗੇ, ਸਾਨੂੰ ਕਿਸੇ ਨਾਲ ਕੋਈ ਵਿਰੋਧ ਨਹੀਂ। ਜੇ ਕਿਸੇ ਨੂੰ ਕੋਈ ਕਹਿੰਦੇ ਨੇ ਵੀ ਉੱਥੇ ਕੋਈ ਮਾੜਾ ਕਰਨ ਗਏ ਆ, ਫਿਰ ਆਪਾਂ ਸੇਵਾ ਕਰਨੀ ਬੰਦ ਕਰ ਦਿਓ, ਇਹ ਪੋਸੀਬਲ ਹੈ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡੇ ਨਾਲ ਸਰਵੀਰ ਕੌਰ। ਸੱਤਾ 'ਚ ਕੋਈ ਵੀ ਸਰਕਾਰ ਹੋਵੇ, ਪਰ ਪਟਿਆਲਾ ਸ਼ਹਿਰ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ। ਕਦੇ ਮੋਤੀ ਮਹਿਲ ਦੇ ਕਾਰਨ ਚਰਚਾ ਦੇ ਵਿੱਚ ਸੀ, ਤੇ ਅੱਜ ਪਟਿਆਲਾ ਚਰਚਾ ਦੇ ਵਿੱਚ ਹੈ ਕਾਲੀ ਮਾਤਾ ਦੇ ਮੰਦਿਰ ਦੇ ਕਾਰਨ। ਪਟਿਆਲਾ ਦੇ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਭਿੜਦੀਆਂ ਨੇ, ਉਸ ਤੋਂ ਬਾਅਦ ਵੱਡਾ ਬਵਾਲ ਹੁੰਦਾ ਹੈ। ਪੂਰਾ ਪੰਜਾਬ ਇਸ ਪੂਰੀ ਘਟਨਾ ਨੂੰ ਦੇਖਦਾ ਹੈ, ਜਿਸ ਤਰੀਕੇ ਦਾ ਹਿੰਸਾ ਪਟਿਆਲਾ ਦੇ ਵਿੱਚ ਜਿਸ ਤਰੀਕੇ ਨਾਲ ਹੁੰਦੀ ਹੈ। ਪਰ ਜਿਵੇਂ ਹੀ ਸ਼ਾਮ ਨੂੰ ਕੁਝ ਜਥੇਬੰਦੀਆਂ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਧਰਨੇ ਤੇ ਬੈਠਦੀਆਂ ਨੇ ਮੰਦਿਰ ਦੇ ਬਾਹਰ, ਤਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਿੱਖ ਨੌਜਵਾਨ ਲੰਗਰ ਵਰਤਾਉਂਦਾ ਹੋਇਆ ਨਜ਼ਰ ਆਉਂਦਾ, ਜਿਸ ਦਾ ਵਿਰੋਧ ਵੀ ਹੁੰਦਾ, ਜੋ ਟ੍ਰੋਲ ਵੀ ਹੁੰਦੇ ਨੇ। ਪਰ ਵੱਡੇ ਪੱਧਰ ਤੇ ਸਿੱਖ ਜਿਹੜੇ ਭਾਈਚਾਰੇ ਦੇ ਲੋਕ ਨੇ, ਉਹਨਾਂ ਦਾ ਵਿਰੋਧ ਵੀ ਸਹਿਣਾ ਪੈਂਦਾ। ਪਰ ਉਹਨਾਂ ਦਾ ਕੀ ਪੱਖ ਹੈ, ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇਜ ਪ੍ਰਤਾਪ ਸਿੰਘ ਅੱਜ ਸਾਡੇ ਨਾਲ ਜੁੜੇ ਨੇ, ਪਟਿਆਲਾ ਦੇ ਵਿੱਚ ਉਹਨਾਂ ਦੇ ਘਰ ਵਿੱਚ ਬੈਠੇ ਆ, ਉਹਨਾਂ ਦੇ ਨਾਲ ਇਸ ਪੂਰੀ ਘਟਨਾ ਨੂੰ ਲੈ ਕੇ ਗੱਲਬਾਤ ਕਰਾਂਗੇ। ਸਵਾਗਤ ਹੈ ਸਰ ਰੋਜ਼ਾਨਾ ਸਪੋਕਸਮੈਨ ਟੀਵੀ ਤੇ। ਸਰ, ਦੋ ਧਿਰਾਂ ਭਿੜਦੀਆਂ ਨੇ ਪਟਿਆਲਾ ਦੇ ਵਿੱਚ, ਮਾਹੌਲ ਖਰਾਬ ਹੁੰਦਾ, ਹਿੰਦੂ ਸਿੱਖ ਆਮੋ ਸਾਹਮਣੇ ਹੁੰਦੇ ਨੇ, ਪੱਥਰਬਾਜ਼ੀ ਹੁੰਦੀ ਹੈ, ਇੱਕ ਦੂਜੇ ਤੇ ਇਲਜ਼ਾਮ ਲੱਗਦੇ ਨੇ, ਪਰ ਤੁਸੀਂ ਉੱਥੇ ਜਾ ਕੇ ਲੰਗਰ ਵਰਤਾਉਂਦੇ ਹੋ ਤੇ ਫਿਰ ਟ੍ਰੋਲ ਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਜਿਵੇਂ ਤੁਸੀਂ ਭੈਣ ਜੀ ਕਿਹਾ ਵੀ ਉੱਥੇ ਟ੍ਰੋਲ ਹੁੰਦੇ ਆ ਜਾਂ ਅਸੀਂ ਲੰਗਰ ਪ੍ਰਥਾ ਤਾਂ ਸਾਡੇ ਗੁਰੂਆਂ ਤੋਂ ਹੀ ਸਾਨੂੰ ਮਿਲੀ ਹੈ। ਜਿਹੜੀ ਇਹ ਲੰਗਰ ਪ੍ਰਥਾ ਹੈ, ਇਹ ਅਸੀਂ ਅੱਜ ਤੋਂ ਨਹੀਂ, ਇਹ ਕਈ ਸਦੀਆਂ ਤੋਂ ਚੱਲੇ ਆ ਰਹੀ ਹੈ। ਇਹ ਸਾਡੇ ਪਰਿਵਾਰ, ਮੇਰੇ ਫਾਦਰ ਸਾਹਿਬ ਹੋ ਗਏ, ਮੇਰੇ ਫਾਦਰ ਸਾਹਿਬ ਪਿਛਲੇ 45 ਸਾਲਾਂ ਤੋਂ ਗਰੀਬ ਲੜਕੀਆਂ ਦੀ ਮੈਰਿਜ ਕਰ ਰਹੇ ਨੇ। ਘੱਟੋ ਘੱਟ ਉਹ ਅੱਜ ਤੱਕ 5 ਤੋਂ 6,000 ਲੜਕੀਆਂ ਦੀ ਮੈਰਿਜ ਕਰ ਚੁੱਕੇ ਹੋਣੇ। ਉਹ ਵੀ ਮਤਲਬ ਸਾਰੇ ਉਹਨਾਂ ਦੇ ਸਹਿਯੋਗ ਦੇ ਨਾਲ। ਕਈ ਉਹਨਾਂ ਨੂੰ ਸੂਟ ਦਿੰਦੇ ਨੇ, ਕਿਸੇ ਨੂੰ ਪੈਸੇ ਨਹੀਂ ਦਿੰਦੇ, ਉਹ ਕਈ ਉਹਨਾਂ ਨੂੰ ਭਾਂਡੇ ਦਿੰਦੇ ਨੇ, ਉਹ ਰਾਸ਼ਨ ਦਿੰਦੇ ਨੇ। ਉਹ ਉਸ ਪ੍ਰਕਾਰ ਦੀ ਸੇਵਾ ਕਰਦੇ ਨੇ, ਨਾ ਕਿ ਮਤਲਬ ਉਹ ਪੈਸੇ ਦੇ ਕੇ। ਉਹਨਾਂ ਤੋਂ ਹੀ ਸਾਨੂੰ ਸਿੱਖਣ ਨੂੰ ਮਿਲਿਆ। ਮੇਰੇ ਨਾਲ ਅਸੀਂ ਆਪਣੀ ਸੰਸਥਾ ਦੇ ਜ਼ਰੀਏ ਗਏ ਸੀਗੇ, ਮੈਂ ਵੀ ਕਾਫੀ ਵੀਡੀਓ ਦੇਖੀਆਂ। ਕਈ ਮੇਰੇ ਸਿੱਖ ਭਰਾਵਾਂ ਨੇ, ਕਈ ਹਿੰਦੂ ਭਰਾਵਾਂ ਨੇ ਮੈਨੂੰ ਮਾੜਾ ਚੰਗਾ ਕਿਹਾ ਵੀ ਤੂੰ ਉੱਥੇ ਕੀ ਕਰਨ ਗਿਆ ਸੀ। ਮੇਰੇ ਭਰਾਵੋ, ਮੈਂ ਪਾਰਟਿਕੂਲਰ ਏਰੀਆ ਮੰਦਿਰ ਦੇ ਵਿੱਚ ਵਰਤਾ ਰਿਹਾ ਸੀ। ਸਵੇਰ ਦੇ ਅਸੀਂ ਆਪਣੇ 4-5 ਭਰਾ ਸੀ ਆਪਣੀ ਸੰਸਥਾ ਦੇ ਵੱਲੋਂ, ਸਾਡੀ ਸਿੰਘ ਸੇਵਾ ਫਾਊਂਡੇਸ਼ਨ ਨਾਮ ਦੀ ਸੰਸਥਾ ਹੈ ਜੀ, ਉਸ ਵੱਲੋਂ ਅਸੀਂ ਸਵੇਰ ਦੇ ਪਹਿਲਾਂ ਬਿਸਕੁਟ ਦੀ ਸੇਵਾ ਕੀਤੀ, ਤੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਜੋ ਸਾਨੂੰ ਦਿਖਿਆ ਵੀ ਉੱਥੇ ਦੀ ਉਹ ਸਥਿਤੀ ਸੀਗੀ, ਉਸ ਦੇ ਅਕੋਰਡਿੰਗ ਅਸੀਂ ਉੱਥੇ ਠੰਡਾ ਲੈ ਕੇ ਗਏ। ਠੰਡਾ ਅਸੀਂ ਪਹਿਲਾਂ ਫੁਹਾਰਾ ਚੌਂਕ ਦਿੱਤਾ ਜੀ। ਫੁਹਾਰਾ ਚੌਂਕ ਕਾਫੀ ਘੱਟ ਸੀ, ਉਸ ਤੋਂ ਬਾਅਦ ਉੱਥੇ ਘੰਟੇ ਦੇ ਵਿੱਚ ਤਕਰੀਬਨ ਉੱਥੇ ਸਾਰਾ ਖਾਲੀ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ ਅੱਗੇ ਆ ਗਏ ਸ਼ੇਰ ਵਾਲੇ ਗੇਟ। ਸ਼ੇਰ ਵਾਲੇ ਗੇਟ ਦੇਖਿਆ ਵੀ ਪੁਲਿਸ ਭਰਾਵਾਂ ਨੂੰ ਇਸ ਚੀਜ਼ ਦੀ ਲੋੜ ਸੀਗੀ, ਅਸੀਂ ਉਹਨਾਂ ਨੂੰ ਠੰਡਾ ਪ੍ਰੋਵਾਈਡ ਕਰਾਇਆ, ਉੱਥੇ ਦਿੱਤਾ। ਸਾਡੇ ਕੋਲ ਕਾਰਾਂ ਵਿੱਚ ਪੇਟੀਆਂ ਪਈਆਂ ਸੀਗੀਆਂ, ਠੰਡਾ ਹੀ ਲੈ ਕੇ ਗਏ ਸੀ ਉੱਥੋਂ ਅਸੀਂ। ਉਸ ਤੋਂ ਬਾਅਦ ਅਸੀਂ ਦੇਖਿਆ ਵੀ ਅੱਗੇ ਕਾਲੀ ਮਾਤਾ ਦੇ ਮੰਦਿਰ ਦੇ ਬਾਹਰ ਵੀ ਕਾਫੀ ਪੁਲਿਸ ਵਾਲਿਆਂ ਦਾ ਇਕੱਠ ਹੋਇਆ ਪਿਆ ਸੀ, ਅਸੀਂ ਉੱਥੇ ਵੀ ਸਾਰੇ ਭਰਾਵਾਂ ਨੇ ਅਸੀਂ ਉੱਥੇ ਦਿੱਤਾ। ਫਿਰ ਹੁਣ ਜਿਹੜੇ ਅੰਦਰ ਖੜੇ ਨੇ, ਉਹ ਹਿੰਦੂ ਹੈ ਜਾਂ ਸਿੱਖ ਨੇ, ਉਹ ਸਾਡੇ ਭਰਾ ਨੇ। ਦੇਖੋ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਸਾਡੀ ਸੰਸਥਾ ਦਾ ਜੋ ਮੋਟਿਵ ਹੈ ਵੀ ਉਹ ਲੋੜਵੰਦ ਨੂੰ ਅਸੀਂ ਦੇਣਾ। ਉਸ ਟਾਈਮ ਉਸ ਲੋਕਾਂ ਨੂੰ ਉਹ ਠੰਡੇ ਦੀ ਲੋੜ ਸੀ, ਉਹ ਪਾਣੀ ਲਾ ਲਓ,
ਉਹ ਕੋਲਡ ਡਰਿੰਕ ਲਾ ਲਓ, ਵੀ ਉਹਨਾਂ ਨੂੰ ਉੱਥੇ ਲੋੜ ਸੀ, ਅਸੀਂ ਉਹ ਲੋੜ ਪੂਰੀ ਕਰਾਂਗੇ ਜਿੰਨਾ ਕੁ ਅਸੀਂ ਕਰ ਸਕੇ। ਪਰ ਤੇਗ ਪ੍ਰਤਾਪ ਜੀ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਸੇਵਾ ਭਾਵਨਾ ਤੇ ਅਸੀਂ ਸ਼ੱਕ ਨਹੀਂ ਕਰ ਰਹੇ, ਪਰ ਸਮਾਂ ਤੇ ਸਥਾਨ ਸਥਿਤੀ ਦੇਖਣੀ ਪੈਂਦੀ ਹੈ। ਜਿਸ ਤਰ੍ਹਾਂ ਦਾ ਮਾਹੌਲ ਖਰਾਬ ਹੋਇਆ ਸੀ, ਉਸ ਤੋਂ ਬਾਅਦ ਇੱਕ ਹਿੰਦੂ ਸੰਗਠਨ ਦੇ ਨੇਤਾ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਹੈ, ਹਨਾ, ਤਾਂ ਸਿੱਖ ਭਾਈਚਾਰੇ ਦੇ ਮਨ 'ਚ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਪੈਦਾ ਹੁੰਦੀਆਂ ਨੇ, ਭਾਵੇਂ ਕਿ ਵੱਡੀ ਪਹਿਲ ਕਦਮੀ ਸ਼ਿਵ ਸੈਨਾ ਦੇ ਵੱਲੋਂ ਵੀ ਕੀਤੀ ਗਈ ਹੈ, ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਕਿ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਵੇ। ਪਰ ਜਿਵੇਂ ਤੁਸੀਂ ਮੰਦਿਰ 'ਚ ਜਾਂਦੇ ਹੋ, ਉੱਥੇ ਤੁਹਾਡਾ ਵਿਰੋਧ ਹੁੰਦਾ ਹੈ, ਤੁਹਾਨੂੰ ਨਹੀਂ ਲੱਗਿਆ ਕਿ ਉੱਥੇ ਤੁਹਾਡੇ ਨਾਲ ਕੋਈ ਹਾਦਸਾ ਵਾਪਰ ਸਕਦਾ ਸੀ? ਦੇਖੋ ਜੀ, ਇਹ ਤਾਂ ਉਹ ਪਰਮਾਤਮਾ ਜਾਣਦੇ ਨੇ ਜਿਨ੍ਹਾਂ ਨੇ ਸਾਨੂੰ ਸਦਬੁੱਧੀ ਦਿੱਤੀ ਲੰਗਰ ਵਰਤਾਉਣ ਦੀ। ਉਹ ਮੰਦਿਰ ਹੋਏ, ਉਹ ਕਿੱਥੇ ਵੀ ਹੋਏ, ਅਸੀਂ ਉੱਥੇ ਜੇ ਲੋੜ ਹੋਏਗੀ ਤਾਂ ਅਸੀਂ ਜ਼ਰੂਰ ਜਾਵਾਂਗੇ। ਅਸੀਂ ਲੰਗਰ ਦੇਣ ਗਏ ਹਾਂ, ਅਸੀਂ ਕੋਈ ਇਹ ਨਹੀਂ ਕਰਨਗੇ ਵੀ ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਅਸੀਂ ਸਾਰੇ ਧਰਮਾਂ ਨੂੰ ਮੰਨਣ ਵਾਲੇ ਹਾਂ, ਠੀਕ ਹੈ। ਕਿਉਂਕਿ ਪਹਿਲਾਂ ਸਾਡੇ ਗੁਰੂਆਂ ਨੇ ਸਿਖਾਇਆ ਗਿਆ, ਜਦੋਂ ਤੁਹਾਨੂੰ ਯਾਦ ਹੋਵੇ ਵੀ ਭਾਈ ਕਨ੍ਹਈਆ ਜੀ ਵਾਲਾ ਉਹ ਪਾਣੀ ਪਿਲਾਉਂਦੇ ਸੀ, ਉਹਨਾਂ ਨੇ ਕਿਸੇ ਨੂੰ ਸਿੱਖ ਦੇਖ ਕੇ ਪਾਣੀ ਪਿਲਾਇਆ ਜਾਂ ਹਿੰਦੂ ਦੇਖ ਕੇ ਜਾਂ ਮੁਸਲਮਾਨ ਦੇਖ ਕੇ। ਦੇਖੋ, ਮੇਰੀ ਭਾਵਨਾ, ਮੇਰੇ ਕਈ ਭਰਾ ਸਿੱਖ ਭਰਾ, ਮੇਰੇ ਨਾਲ ਦੇ ਭਰਾ, ਉਹਨਾਂ ਨੇ ਟਰੋਲ ਕੀਤਾ, ਉਹਨਾਂ ਨੇ ਵੀਡੀਓ ਪਾਈਆਂ ਵੀ ਤੁਸੀਂ ਗਲਤ ਗਏ ਜੀ, ਕੀ ਲੋੜ ਸੀ ਜਾਣ ਦੀ। ਦੇਖੋ, ਜਾਂ ਤੇ ਆਪਾਂ ਇੱਕ ਗੱਲ ਕਲੀਅਰ ਕਰ ਦਈਏ ਵੀ ਸਿੱਖ ਹਿੰਦੂ ਟੈਂਪਲ ਵਿੱਚ ਨਹੀਂ ਜਾ ਸਕਦੇ, ਹਿੰਦੂ ਸਿੱਖ ਟੈਂਪਲ ਵਿੱਚ ਨਹੀਂ ਆ ਸਕਦੇ। ਦੇਖੋ, ਐਵੇਂ ਜੀ ਕੋਈ ਗੱਲ ਨਹੀਂ, ਸਾਰੇ ਅਸੀਂ ਭਰਾ। ਸਾਨੂੰ ਇਹ ਨਹੀਂ ਹੈ ਵੀ ਅਸੀਂ ਹਿੰਦੂ ਨੂੰ ਨਹੀਂ ਦੇਣਾ, ਲੋੜਵੰਦ ਨੂੰ ਦੇਣਾ। ਜੇ ਉੱਥੇ ਉਹ ਲੋੜਵੰਦ ਸੀਗੇ, ਕਈ ਭਰਾਵਾਂ ਨੇ ਉੱਥੇ ਮੇਰਾ ਕਿਹਾ ਵੀ ਹਾਂਜੀ ਤੁਸੀਂ ਗਲਤ ਕਰ ਰਹੇ ਹੋ ਜੀ, ਤੁਸੀਂ ਮੈਂ ਇੱਥੇ ਕਿਉਂ ਪਲਾਣ ਆ ਗਏ। ਤੇ ਮੈਂ ਕਹਿੰਦਾ ਸਿਰਫ ਜਿਹੜੇ ਕਹਿਣ ਵਾਲੇ 10 ਜਣੇ ਸੀ ਅਤੇ ਉਹਦੇ ਵਿੱਚੋਂ 100 ਜਣੇ ਐਸੇ ਸੀ ਜਿਹੜੇ ਕਿ ਸਾਡੇ ਨਾਲ ਉੱਥੇ ਖੜੇ ਵੀ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਬੜਾ ਚੰਗਾ ਕੰਮ ਕਰ ਰਹੇ ਹੋ। ਤੇ ਮੇਰੇ ਖਿਆਲ ਸੇ ਉਹ ਵੀਡੀਓ ਕਿਸੇ ਨੇ ਵਾਇਰਲ ਨਹੀਂ ਕੀਤੀ, ਉਹਦੇ ਚੋਂ ਕਲਿੱਪ ਕੱਟ ਕੇ ਜ਼ਰੂਰ ਕਿਹਾ ਗਿਆ ਵੀ ਹਾਂ ਵੀ ਤੂੰ ਇਹ ਕੀ ਕੰਮ ਕਰ ਰਿਹਾ। ਮੈਨੂੰ ਸਾਰੇ ਸਤਿਕਾਰਯੋਗ ਨੇ ਮੇਰੇ ਭਰਾ, ਮਗਰ ਮੈਂ ਇੱਕ ਗੱਲ ਕਹੂੰਗਾ ਵੀ ਭਰਾਵੋ, ਆਪਾਂ ਜੇ ਧਰਮ ਦੇਖ ਕੇ ਕਿਸੇ ਨੂੰ ਕੋਈ ਚੀਜ਼ ਦੇਣੀ ਹੈ ਤਾਂ ਆਪਾਂ ਸਿੱਖ ਨਹੀਂ ਆ। ਸਾਡੇ ਸਿੱਖ ਧਰਮ ਦੇ ਵਿੱਚ ਐਵੇਂ ਜੀ ਕਦੀ ਕੋਈ ਗੱਲ ਨਹੀਂ ਕਹੀ ਗਈ। ਸਾਡੇ ਗੁਰੂਆਂ ਨੇ ਸਾਰਿਆਂ ਦਾ ਸਤਿਕਾਰ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਣੇ ਪਿੱਛੇ ਪ੍ਰਕਾਸ਼ ਉਤਸਵ ਲੰਘਿਆ, ਉੱਥੇ ਤੁਸੀਂ ਇਹ ਦੇਖੋ ਵੀ ਉੱਥੇ ਕੀ ਹੋਇਆ, ਮਤਲਬ ਉਹਨਾਂ ਨੇ ਆਪਣੀ ਸ਼ਹੀਦੀ ਕਿਉਂ ਦਿੱਤੀ। ਆਪਾਂ ਜੇ ਇਸ ਚੀਜ਼ਾਂ ਨੂੰ ਲਵਾਂਗੇ ਤੇ ਭਰਾਵੋ ਆਪਾਂ ਬਹੁਤ ਮਤਲਬ ਗਲਤ ਪਾਸੇ ਜਾਵਾਂਗੇ। ਆਪਾਂ ਇਸ ਪਾਸੇ ਨਹੀਂ ਜਾਣਾ, ਆਪਾਂ ਆਪਣੇ ਧਰਮ ਦੇ ਅਕੋਰਡਿੰਗ ਅਤੇ ਆਪਾਂ ਆਪਣੀ ਸੇਵਾ ਕਰਨੀ ਆ, ਅਸੀਂ ਉਸ ਹਿਸਾਬ ਸਿਰ ਕੇ ਅਸੀਂ ਭੈਣ ਜੀ। ਪਰ ਸਿੱਖ ਭਾਈਚਾਰਾ ਤੁਹਾਡੇ ਤੋਂ ਨਾਰਾਜ਼ ਹੈ, ਉਹਨਾਂ ਦੀ ਨਾਰਾਜ਼ਗੀ ਹੁਣ ਕਿਵੇਂ ਦੂਰ ਕਰੋਗੇ? ਕਿਉਂਕਿ ਉਹਨਾਂ ਨੂੰ ਇਤਰਾਜ਼ ਹੈ ਜਦੋਂ ਮਾਹੌਲ ਖਰਾਬ ਹੁੰਦਾ ਹੈ ਹਨਾ, ਤਾਂ ਉਹਨਾਂ ਦੇ ਇੱਕ ਹਿੰਦੂ ਸੰਗਠਨ ਦਾ ਵੱਡੇ ਨੇਤਾ ਹੁੰਦੇ ਆ ਜਿਹੜੇ ਉਹਨਾਂ ਤੇ ਇਲਜ਼ਾਮ ਲੱਗਦੇ ਆ, ਪੁਲਿਸ ਗ੍ਰਿਫਤਾਰੀ ਕਰਦੀ ਆ। ਉੱਥੇ ਜਿਵੇਂ ਦਾ ਮਾਹੌਲ ਪਟਿਆਲਾ 'ਚ ਬਣਿਆ, ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਸੀ, ਪਰ ਸਿੱਖ ਭਾਈਚਾਰਾ ਤੁਹਾਡੇ ਤੇ ਨਾਰਾਜ਼ਗੀ ਜਤਾ ਰਿਹਾ। ਤੁਸੀਂ ਸਿੱਖ ਧਰਮ ਦੇ ਫਲਸਫੇ ਨੂੰ ਲੈ ਕੇ ਚੱਲ ਰਹੇ ਹੋ, ਪਰ ਉਹੀ ਭਾਈਚਾਰਾ ਤੁਹਾਨੂੰ ਇਸ ਵਾਰ ਟਰੋਲ ਕਰ ਰਿਹਾ। ਜਿਹੜੇ ਮੇਰੇ ਵਿਰੋਧੀ ਨੇ, ਜਿਹੜੇ ਕਹਿ ਰਹੇ ਨੇ ਵੀ ਤੁਸੀਂ ਗਲਤ ਕਰ ਰਹੇ ਹੋ, ਸ਼ਾਇਦ ਮੇਰੇ ਹਿਸਾਬ ਸਿਰ ਉਹਨਾਂ ਦਾ ਕੰਮ ਹੈ ਇਹ ਕਰਨਾ। ਮੇਰਾ ਕੰਮ ਹੈ ਸੇਵਾ ਕਰਨਾ। ਮੈਨੇ ਦੇਖੋ ਕਰੋਨਾ ਕਾਲ ਦੇ ਵਿੱਚ ਭੈਣ ਜੀ, ਸਾਡੇ ਕੋਲ 250 ਪਰਿਵਾਰ ਸੀਗੇ, ਮੁਸਲਿਮ ਪਰਿਵਾਰ ਸੀਗੇ। ਹੁਣ ਕੋਈ ਆ ਕੇ ਉੱਠ ਕੇ ਕਿ ਵੀ ਤੁਸੀਂ ਮੁਸਲਿਮ ਪਰਿਵਾਰਾਂ ਨੂੰ ਕਿਉਂ ਰਾਸ਼ਨ ਦਿੱਤਾ, ਉਦੋਂ ਤਾਂ ਕਿਸੇ ਨੇ ਨਹੀਂ ਪੁੱਛਿਆ ਜੀ ਸਾਡੇ ਤੋਂ। ਸਾਨੂੰ 10 ਰੁਪਏ ਦੀ ਸੇਵਾ ਆ ਰਹੀ ਹੈ, ਠੀਕ ਹੈ ਜੀ, ਅਸੀਂ 10 ਰੁਪਏ ਦੀ ਸੇਵਾ ਨੂੰ ਉੱਥੇ ਜਾ ਕੇ ਲਗਾਇਆ, ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਵੀ ਤੁਹਾਨੂੰ 12 ਤਾਂ ਨਹੀਂ ਲੱਗ ਰਹੇ ਤੁਹਾਡੇ। ਦੇਖੋ, ਮੈਂ ਇਹ ਬੇਨਤੀ ਕਰਾਂਗਾ, ਆਪਾਂ ਇਵੇਂ ਜਿਹਾ ਵਿਰੋਧ ਨਾ ਕਰੀਏ। ਆਪਾਂ ਜਿਹਨੂੰ ਲੋੜ ਸੀ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਇਹ ਕਿਉਂ ਕਿਹਾ ਗਿਆ ਸ਼ਬਦ, ਇਹਦਾ ਮਤਲਬ ਕੀ ਹੈ? ਮੈਂ ਭੈਣ ਜੀ, ਤੁਸੀਂ ਰੋਜ਼ ਇੰਟਰਵਿਊ ਕਰਦੇ ਹੋ, ਮੈਂ ਤਾਂ ਬੜਾ ਛੋਟਾ ਜਿਹਾ ਬੰਦਾ, ਮੈਂ ਤਾਂ ਸਿਰਫ ਕਿੰਨੀ ਕੁ ਬੇਨਤੀ ਕਰੂੰਗਾ ਵੀ ਇਹਦਾ ਮਤਲਬ ਕੀ ਹੈ? ਫਿਰ ਤਾਂ ਮਤਲਬ ਸਿੱਖ ਹੀ ਗਰੀਬ ਹੈ, ਫਿਰ ਹਿੰਦੂ ਹੀ ਗਰੀਬ ਹੈ, ਜਾਂ ਮੁਸਲਮਾਨ ਗਰੀਬ ਹੈ, ਜਾਂ ਕ੍ਰਿਸਚੀਅਨ ਗਰੀਬ ਹੈ? ਦੇਖੋ, ਲੋੜਵੰਦ ਜਿਹਨੂੰ ਲੋੜ ਹੈ, ਉਸ ਟਾਈਮ ਮੈਨੂੰ ਲੱਗਿਆ ਵੀ ਉਹਨਾਂ ਨੂੰ ਲੋੜ ਹੈ। ਹਾਂ, ਜੇ ਮੇਰੇ ਵੱਲੋਂ ਕਿਸੇ ਭਰਾ ਨੂੰ ਕੋਈ ਕਿਸੇ ਦਾ ਦਿਲ ਦੁਖਿਆ, ਉਹਨੂੰ ਮੈਂ ਮਾਫੀ ਮੰਗਦਾ। ਪਰ ਮੰਦਿਰ ਦੇ ਅੰਦਰ ਤੁਸੀਂ ਗਏ? ਅਸੀਂ ਮੰਦਿਰ ਦੇ ਅੰਦਰ ਭੈਣ ਜੀ ਨਹੀਂ ਗਏ। ਮੰਦਿਰ ਦਾ ਅੰਦਰ ਗੇਟ ਉਹਦਾ ਰਾਈਟ। ਤੁਹਾਡਾ ਜਿਹੜਾ ਵਿਰੋਧ ਹੋਇਆ, ਜਿੱਥੇ ਤੁਹਾਡੇ ਤੇ ਇਹ ਕਿਹਾ ਗਿਆ ਸੀ ਕਿ ਪਾਣੀ 'ਚ ਕੁਝ ਮਿਲਾਇਆ ਹੋ ਸਕਦਾ ਹੈ, ਤੁਸੀਂ CID ਦੇ ਵੱਲੋਂ ਜਾਂ ਕਿਸੇ ਇੰਟੈਲੀਜੈਂਸੀ ਦੇ ਵੱਲੋਂ ਹੋ ਸਕਦੇ ਹੋ, ਉਹ ਘਟਨਾ ਤਾਂ ਮੰਦਿਰ ਦੇ ਬਾਹਰ ਨਹੀਂ ਵਾਪਰੀ? ਬਿਲਕੁਲ ਜੀ, ਉਹ ਬਿਲਕੁਲ ਮੰਦਿਰ ਦੇ ਬਾਹਰ ਵਾਪਰੀ ਹੈ ਭੈਣ ਜੀ। ਤੁਸੀਂ ਦੇਖ ਸਕਦੇ ਹੋ, ਉਹ ਔਨ ਰੋਡ ਸੀਗੇ, ਅਸੀਂ ਔਨ ਰੋਡ ਸੀ। ਉੱਥੇ ਦੇ ਲੋਕ ਵੀ ਇਸ ਗੱਲ ਦੇ ਗਵਾਹ ਨੇ ਜੀ, ਜਿੱਥੇ ਸਾਡੀ ਵੀਡੀਓ ਬਣੀ, ਤੁਸੀਂ ਵੀਡੀਓ ਦੇਖ ਸਕਦੇ ਹੋ। ਅਸੀਂ ਮੰਦਿਰ ਦੇ ਅੰਦਰ ਹੋਵਾਂਗੇ ਤਾਂ ਅਸੀਂ ਜੁੱਤੇ ਨਹੀਂ ਪਾਏ ਹੋਣਗੇ, ਅਸੀਂ ਜੁੱਤੇ ਪਾਏ ਹੋਏ ਸੀ। ਜੁੱਤੇ ਪਾਏ ਹੋਏ ਮੰਦਿਰ ਦੇ ਅੰਦਰ ਕਿਵੇਂ ਜਾ ਸਕਦੇ ਹਾਂ? ਆਪਾਂ ਜੁੱਤੇ ਪਾਏ ਹੋਏ ਗੁਰਦੁਆਰਾ ਸਾਹਿਬ ਦੇ ਅੰਦਰ ਕਿਵੇਂ ਜਾ ਸਕਦੇ ਹਾਂ? ਆਪਾਂ ਮਸਜਿਦ ਦੇ ਅੰਦਰ ਕਿਵੇਂ ਜਾ ਸਕਦੇ ਹਾਂ? ਦੇਖੋ ਭੈਣ ਜੀ, ਇਹ ਤਾਂ ਆਪਣੀ ਸਮਝਦਾਰੀ ਹੈ। ਜਿਹੜੇ ਵੀ ਸਾਡੇ ਨਾਲ ਆ ਰਹੇ ਸੀ ਜਾਂ ਜਿਹੜੇ ਸਾਡੇ ਨਾਲ ਉੱਥੇ ਦੇਣ ਜਾ ਰਹੇ ਸੀ, ਤੁਸੀਂ ਉਹਨਾਂ ਦੇ ਪੈਰ ਇੱਕ ਵਾਰ ਦੇਖੋ, ਉਹਨਾਂ ਦੇ ਜੁੱਤੇ ਪਾਏ ਸੀ, ਬਾਹਰ ਸੀ, ਅਸੀਂ ਅੰਦਰ ਸੀ। ਹਾਂ, ਅਸੀਂ ਮੰਦਿਰ ਦੇ ਬਾਹਰ ਜ਼ਰੂਰ ਸੀ, ਮਗਰ ਸਾਡੇ ਕੋਈ ਮਨ 'ਚ ਨਹੀਂ, ਅਸੀਂ ਮੰਦਿਰ ਵਰਤਾਇਆ। ਅਸੀਂ ਫੁਹਾਰਾ ਚੌਂਕ ਵੀ ਦਿੱਤਾ ਜੀ, ਅਸੀਂ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਵੀ ਉਦੋਂ ਬਿਸਕੁਟ ਵਰਤਾਏ ਸੀ, ਉਦੋਂ ਅਸੀਂ ਪਾਣੀ ਨਹੀਂ ਵਰਤਾਇਆ, ਕਿਉਂਕਿ ਸੁੱਕੀ ਚੀਜ਼ ਸਾਨੂੰ ਇਹ ਸੀ ਵੀ ਜਿੰਨੀ ਈਜ਼ੀਲੀ ਵਰਤੀ ਵੀ ਜਾਏਗੀ ਔਰ ਲੋਕਾਂ ਦੇ ਕੰਮ ਵੀ ਆ ਜਾਏਗੀ। 5-5 ਰੁਪਏ ਵਾਲੇ ਬਿਸਕੁਟ ਸੀਗੇ, ਕਰੀਮ ਵਾਲੇ ਜੀ, ਉਹ ਅਸੀਂ ਲਏ ਵੀ ਸੀਗੀ। ਉਹਦੇ ਮੇਰੇ ਕੋਲ ਰਸੀਦ ਵੀ ਹੈਗੀ, ਲక్ష్ਮੀ ਨਮਕੀਨ ਤੋਂ ਲਏ ਸੀ, ਤੁਸੀਂ ਪਤਾ ਕਰ ਸਕਦੇ ਹੋ। 12,000 ਰੁਪਏ ਦੇ ਮੈਂ ਬਿਸਕੁਟ ਮੈਂ ਆਪ ਲੈ ਕੇ ਆਇਆ।
ਮੈਂ ਬਾਏ ਆਪਣੀ ਕਾਰ 'ਚ ਰੱਖੇ ਸੀ। ਪਰ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਪਬਲਿਸਿਟੀ ਦੇ ਲਈ ਗਏ ਹੋ। ਹਾਂ, ਦੇਖੋ ਪਬਲਿਕਸਿਟੀ ਮੈਂ ਕਿਸ ਵਾਸਤੇ ਕਰਾਣੀ, ਮੈਂ ਤਾਂ ਇੱਕ ਗੱਲ ਕਹੂੰਗਾ, ਮੇਰਾ ਕੰਮ ਹੈ ਜੀ, ਮੈਂ ਸੇਵਾ ਜ਼ਰੂਰ ਕਰਦਾ। ਮੈਂ ਉਹ ਪ੍ਰਭੂ ਪਰਮਾਤਮਾ ਦਾ ਬਹੁਤ ਸ਼ੁਕਰੀਆ ਦਾ, ਪਿਛਲੇ 4-5 ਸਾਲਾਂ ਤੋਂ ਮੇਰੇ ਤੋਂ ਸੇਵਾ ਲੈ ਰਹੇ ਨੇ। ਮੇਰੀ ਉਮਰ 34-35 ਸਾਲ ਦੀ ਆ, ਮਗਰ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਮੈਂ ਸਿਰਫ ਆਪਣੇ ਕੰਮਾਂ 'ਚ ਹੀ ਅੱਜ ਤੱਕ ਰਿਹਾ। ਮੇਰਾ ਆਪਣਾ ਬਿਜ਼ਨਸ ਹੈ ਜੀ, ਠੀਕ ਹੈ। ਮੇਰੇ ਪਰਮਾਤਮਾ ਮੈਨੂੰ ਮਤਲਬ ਜਿੰਨਾ ਮੈਂ ਮੰਗਦਾ ਉਸ ਤੋਂ ਜ਼ਿਆਦਾ ਹੀ ਦਿੰਦੇ ਨੇ, ਮੈਂ ਕਿਉਂ ਕਵਾਂ। ਮਗਰ ਮੈਨੂੰ ਇਹ ਸੇਵਾ ਜਦੋਂ ਦੀ ਮੈਂ ਸ਼ੁਰੂ ਕੀਤੀ ਹੈ ਜੀ ਕਰਨੀ, ਤੇ ਮੇਰੇ ਨਾਲ 4 ਭਰਾ ਇਸ ਸੇਵਾ ਦੇ ਆਏ ਨੇ। ਮਤਲਬ ਮੈਨੂੰ ਇੰਨੀ ਕੁ ਸ਼ਾਂਤੀ ਅੰਦਰੋਂ, ਮੇਰਾ ਪਰਿਵਾਰ ਇੰਨਾ ਕੁ ਅਸੀਂ ਖੁਸ਼, ਮਤਲਬ ਬਹੁਤ ਖੁਸ਼ ਪਰਿਵਾਰ ਹੈ ਜੀ ਸਾਡਾ। ਮੇਰੇ ਫਾਦਰ ਸਾਹਿਬ, ਮੇਰੇ ਮਦਰ ਹੈਗੇ ਨੇ ਜੀ, ਦੋਨੋਂ ਸਰਕਾਰੀ ਰਿਟਾਇਰ ਨੇ। ਮੈਂ ਆਪ ਕੰਮ ਕਰਦਾ, ਹਾਊਸ ਵਾਈਫ ਹੈ, ਮੇਰੇ 2 ਬੱਚੇ ਨੇ ਜੀ। ਸਾਡਾ ਆਪਣਾ ਪਰਿਵਾਰ ਹੈ, ਆਪਣਾ ਘਰ ਹੈ, ਆਪਣੀ ਦੁਕਾਨ ਹੈ। ਮੇਰਾ ਆਪਣਾ ਕੰਮ ਕਰਦਾ ਜੀ, ਮੈਨੂੰ ਕਿਸੇ ਪਬਲਿਸਿਟੀ ਦੀ ਲੋੜ ਨਹੀਂ। ਮੈਂ ਸਿਰਫ ਇਹ ਸੇਵਾ ਕਰਦਾ, ਔਰ ਅੱਜ ਦੀ ਨਹੀਂ ਕਰ ਰਿਹਾ ਜੀ। ਤੁਸੀਂ ਮੇਰਾ ਸਿੰਘ ਸੇਵਾ ਫਾਊਂਡੇਸ਼ਨ ਦਾ ਪੇਜ ਹੈ ਜੀ, ਤੁਸੀਂ ਉੱਥੇ ਚੈੱਕ ਕਰੋ ਇੱਕ ਵਾਰ ਵੀ ਇਹ ਸੇਵਾ ਕਦੋਂ ਦੀ ਚੱਲ ਰਹੀ ਹੈ। ਔਰ ਅਸੀਂ ਇਹ ਨਹੀਂ ਵੀ ਖਾਲੀ ਇਹ ਲੰਗਰ ਦੀ ਸੇਵਾ ਦੇ ਰਹੇ ਹਾਂ, ਅਸੀਂ ਇਹਦੇ ਨਾਲ ਕਈ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਨੂੰ ਅਸੀਂ ਦਵਾਈਆਂ ਵੀ ਪ੍ਰੋਵਾਈਡ ਕਰਾਈਦਾ, ਜਿਨ੍ਹਾਂ ਦੇ ਮਲਮ ਪੱਟੀਆਂ ਕਰਨੀਆਂ ਉਹ ਵੀ ਉੱਥੇ ਵੀਡੀਓ ਸਾਰੀਆਂ ਮੌਜੂਦ ਨੇ ਜੀ। ਜੇ ਮੈਂ ਪਬਲਿਸਿਟੀ ਲਈ ਜਾਵਾਂਗਾ ਤਾਂ ਮੈਂ ਪਿਛਲੇ ਮਹੀਨੇ 2 ਮਹੀਨੇ 6 ਮਹੀਨੇ ਤੋਂ ਕਰ ਰਿਹਾ ਹੋਵਾਂਗਾ। ਤੁਸੀਂ ਮੇਰਾ 3 ਸਾਲ ਦਾ ਰਿਕਾਰਡ ਖੋਲ ਕੇ ਦੇਖ ਲਓ ਜੀ ਉੱਥੇ। ਮੈਂ ਤਾਂ ਕੁਝ ਕਵਾਂਗਾ ਹੀ ਨਹੀਂ, ਮੈਂ ਕਿਉਂਕਿ ਆਪਣੇ ਮੂੰਹੋਂ ਇਨਸਾਨ ਮੈਂ ਕਹਿੰਦਾ ਮੈਂ ਠੀਕ ਹਾਂ, ਮगर ਤੁਸੀਂ ਦੇਖੋ ਵੀ ਇਹ ਸਹੀ ਬੰਦਾ ਠੀਕ ਹੈ। ਤੁਸੀਂ ਮੇਰਾ ਪੇਜ ਖੋਲ ਕੇ ਦੇਖੋ, ਪੇਜ ਤੇ ਤੁਹਾਨੂੰ ਪਤਾ ਚੱਲੇਗਾ। ਔਰ ਸਭ ਤੋਂ ਵੱਡੀ ਗੱਲ, ਇੱਕ ਜਦੋਂ ਕੋਈ ਸੰਸਥਾ ਬਣਦੀ ਹੈ, ਮੈਂ ਜ਼ਰੂਰ ਕਹੂੰਗਾ ਵੀ ਹਾਂ ਸੰਸਥਾ ਸ਼ੁਰੂਆਤ ਹੋਈ ਸੀ, ਅਸੀਂ 7-8 ਬੰਦਿਆਂ ਨੇ ਬਣਾਈ ਸੀ। ਅੱਜ ਸਾਡੇ ਨਾਲ ਘੱਟੋ ਘੱਟ 2000 ਬੰਦੇ ਜੁੜੇ ਹੋਏ ਨੇ, ਅਲੱਗ-ਅਲੱਗ ਸ਼ਹਿਰਾਂ ਤੋਂ, ਪਟਿਆਲੇ ਤੋਂ ਵੀ, ਸਮਾਣੇ ਤੋਂ ਵੀ, ਹੋਰ ਬੜੇ ਸ਼ਹਿਰਾਂ ਤੋਂ ਜੁੜੇ ਹੋਏ ਨੇ। ਮਗਰ ਉਹਦੇ ਵਿੱਚ ਅਸੀਂ ਅੱਜ ਤੱਕ ਕਦੀ ਸੰਸਥਾ ਦੇ ਵਿੱਚ ਇਹ ਨਹੀਂ ਲਿਖਿਆ ਵੀ ਮੁਖੀ ਮੈਂ ਹਾਂ, ਇਹ ਲਿਖਿਆ ਸਾਰੇ ਸੇਵਾਦਾਰ ਨੇ। ਤੁਸੀਂ ਕਦੀ ਨਹੀਂ ਇਹ ਸੁਣੋਗੇ, ਤੁਸੀਂ ਕੋਈ ਮੇਰੀ ਵੀਡੀਓ ਦੇ ਵਿੱਚ ਇਹ ਨਹੀਂ ਦੇਖਿਆ ਹੋਣਾ ਵੀ ਮੈंने ਇਹ ਕਿਹਾ ਵੀ ਮੈਂ ਮੁਖੀ ਹਾਂ। ਮੈਂ ਕਿਹਾ ਮੈਂ ਸੇਵਾਦਾਰ ਹਾਂ, ਔਰ ਸੇਵਾਦਾਰ ਬਣ ਕੇ ਹੀ ਮੈਂ ਕਹਿੰਦਾ ਪ੍ਰਮਾਤਮਾ ਮੇਰੇ ਅਖੀਰਲੇ ਸਵਾਸ ਵੀ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਹ ਪੂਰੀ ਘਟਨਾ ਵਾਪਰਦੀ ਆ ਹਨਾ, ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਗੱਲਾਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਹਿੰਦੂ ਸਿੱਖ ਜਾਂ ਧਰਮ ਦਾ ਮਸਲਾ ਇਹਨੂੰ ਬਣਾਇਆ ਜਾ ਰਿਹਾ, ਤਾਂ ਉਸ ਤੋਂ ਬਾਅਦ ਇੱਕ ਚੰਗਾ ਐਕਸ਼ਨ ਵੀ ਹੁੰਦਾ, ਉਹਨੂੰ ਚੰਗਾ ਐਕਸ਼ਨ ਹੀ ਕਹਾਂਗੇ, ਹਿੰਦੂ ਸੰਗਠਨਾਂ ਦੇ ਵੱਲੋਂ ਜੋ ਹਰੀਸ਼ ਸਿੰਗਲਾ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ, ਤੇ ਕਿਤੇ ਨਾ ਕਿਤੇ ਜਿਹੜੀ ਭਾਈਚਾਰਕ ਸਾਂਝ ਟੁੱਟਦੀ ਹੋਈ ਨਜ਼ਰ ਆ ਰਹੀ ਸੀ ਉਹਨੂੰ ਫੇਰ ਤੋਂ ਬਰਕਰਾਰ ਕੀਤਾ, ਹਿੰਦੂ ਤੇ ਸਿੱਖ ਭਾਈਚਾਰਕ ਸਾਂਝ ਨੂੰ। ਪਰ ਜਿਹੜੇ ਲੋਕ ਹਿੰਦੂ ਸੰਗਠਨ ਵਾਲੇ ਤੁਹਾਡਾ ਵਿਰੋਧ ਕਰ ਰਹੇ ਸੀ, ਉਹਨਾਂ ਬਾਰੇ ਕੀ ਕਹੋਗੇ ਕਿ ਉਹ ਸ਼ਿਵ ਸੈਨਾ ਦੇ ਸੀ ਜਿਨ੍ਹਾਂ ਦੇ ਵੱਲੋਂ ਪਹਿਲਾਂ ਹੀ ਸਿੱਖ ਭਾਈਚਾਰੇ ਨੂੰ ਹਮਦਰਦੀ ਜਤਾਉਂਦਿਆਂ ਹੋਇਆਂ ਹਰੀਸ਼ ਸਿੰਗਲਾ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ? ਕੌਣ ਲੋਕ ਸੀ? ਦੇਖੋ ਮੈਂ ਇਹ ਗੱਲ ਕਹਾਂਗਾ, ਜਿਨ੍ਹਾਂ ਨੇ ਪਾਰਟੀ ਤੋਂ ਬਾਹਰ ਕੀਤਾ ਉਹ ਹਿੰਦੂ ਸੰਗਠਨ ਵਾਲੇ ਸੀਗੇ, ਉਹ ਇੱਕ ਅੱਛੇ ਲੋਕ ਸੀਗੇ, ਕਿਉਂਕਿ ਉਹਨਾਂ ਨੇ ਦੇਖਿਆ ਵੀ ਸਾਡਾ ਭਾਈਚਾਰਾ ਵਿਗੜ ਰਿਹਾ। ਪਿਛਲੇ ਕਈ 100 ਸਾਲਾਂ ਤੋਂ ਜਾਂ ਕਈ ਸਾਲਾਂ ਤੋਂ ਮੈਂ ਕਹੂੰਗਾ ਜੀ, ਇਹ ਕਾਲੀ ਮਾਤਾ ਜੀ ਦਾ ਮੰਦਿਰ ਇਹਦੇ ਸਥਾਪਿਤ ਹੈ, ਠੀਕ ਹੈ। ਸਾਰੇ ਬਹੁਤ ਮੈਂ ਦੇਖਦਾ ਜੀ ਇੱਥੇ ਬਹੁਤ ਸਤਿਕਾਰਯੋਗ ਮੇਰੇ ਹਿੰਦੂ ਵੀਰ, ਬਹੁਤ ਸਤਿਕਾਰਯੋਗ ਮੇਰੇ ਸਿੱਖ ਵੀਰ ਬਹੁਤ ਜਾਂਦੇ ਨੇ ਮੱਥਾ ਟੇਕਣ। ਆਪਾਂ ਇਹ ਨਹੀਂ ਕਹਿ ਸਕਦੇ ਖਾਲੀ ਹਿੰਦੂ ਜਾਂਦੇ ਨੇ, ਸਿੱਖ ਬਹੁਤ ਜਾਂਦੇ ਨੇ, ਔਰ ਬਹੁਤ ਹਿੰਦੂ ਵੀਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਨੇ। ਆਪਾਂ ਉਸ ਚੀਜ਼ ਨੂੰ ਕਿਵੇਂ ਕਹਿ ਸਕਦੇ ਵੀ ਇਹ ਹਿੰਦੂ ਸਿੱਖ ਦਾ ਇਹ ਕੋਈ ਨਹੀਂ। ਜਿਨ੍ਹਾਂ ਨੇ ਬਾਹਰ ਕੱਢਿਆ ਉਹਨਾਂ ਨੇ ਦੇਖਿਆ ਵੀ ਇਹ ਗਲਤ ਕੰਮ ਕਰ ਰਿਹਾ ਹਰੀਸ਼ ਸਿੰਗਲਾ, ਤੇ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹ ਨੈਚੁਰਲੀ ਗੱਲ ਹੈ ਵੀ ਉਹ ਸ਼ਿਵ ਸੈਨਾ ਵਾਲੇ ਜਿਹੜੇ ਹਰੀਸ਼ ਦੇ ਨਾਲ ਸੀਗੇ, ਜਿਹੜੇ ਹਰੀਸ਼ ਦੇ ਨਾਲ ਸੀ ਉਹਨਾਂ ਨੇ ਵਿਰੋਧ ਕੀਤਾ, ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਇੱਥੇ ਕਿਉਂ ਭਾਈਚਾਰਾ ਨਿਭਾਉਣ ਆ ਰਹੇ ਆ ਦੁਬਾਰਾ। ਤੇ ਜਿਹੜੇ ਸਿੱਖਾਂ ਨੇ ਵਿਰੋਧ ਕੀਤਾ ਉਹ ਸਾਡੇ ਭਰਾ ਨੇ। ਨਹੀਂ ਜੀ, ਉਹ ਸਾਡੇ ਭਰਾ ਨੇ। ਕਈ ਵਾਰ ਕਿਸੇ ਨੂੰ ਕੀ ਲੱਗਦਾ ਹੁੰਦਾ ਹੈ ਵੀ ਹਾਂ ਕਈ ਵਾਰੀ ਉਹ ਬੰਦਾ ਗਲਤ ਕਰ ਰਿਹਾ, ਜਦੋਂ ਅਸੀਂ ਉਹਨੂੰ ਸਾਰੇ ਐਂਗਲ ਤੋਂ ਦੇਖਦੇ ਹਾਂ, ਮੈਨੂੰ ਮਿਲਣਗੇ ਮੇਰੇ ਭਰਾ, ਮੈਂ ਉਹਨਾਂ ਨੂੰ ਜਸਟੀਫਾਈ ਕਰਾਂਗਾ, ਉਹ ਮੇਰੀ ਗੱਲ ਸਮਝਣਗੇ, ਮੇਰੇ ਨਾਲ ਨੇ ਉਹ ਵੀ। ਉਹਨਾਂ ਤੋਂ ਦੇਖੋ, ਮੈਂ ਕਹਾਂ ਮੈਂ ਸਿੱਖ ਹਾਂ, ਮੈਂ ਆਪਣੇ ਸਿੱਖ ਭਰਾ ਨਾਲ ਕਿਉਂ ਲੜਾਂਗਾ? ਮੈਂ ਉਹਨੂੰ ਸਮਝਾਵਾਂਗਾ, ਮੈਂ ਸਮਝਾ ਸਕਦਾ ਭੈਣ ਜੀ, ਮੈਂ ਕਿਸੇ ਦੇ ਮਨ 'ਚ ਕੀ ਚੱਲ ਰਿਹਾ ਉਹ ਨਹੀਂ। ਮਗਰ ਹਾਂ, ਜੇ ਕਿਸੇ ਨੂੰ ਇਹ ਲੱਗਦਾ ਵੀ ਮੈਨੇ ਕੁਝ ਗਲਤ ਕੀਤਾ, ਉਹਦੇ ਮਨ ਨੂੰ ਠੇਸ ਪਹੁੰਚੀ ਜੇ, ਤਾਂ ਮੈਂ ਉਸ ਲਈ ਉਸ ਤੋਂ ਮਾਫੀ ਮੰਗਦਾ। ਮਗਰ ਮੇਰਾ ਕੋਈ ਇਵੇਂ ਜਿਹਾ ਮੋਟਿਵ ਨਹੀਂ ਸੀ। ਮੈਂ ਹਿੰਦੂਆਂ ਨੂੰ, ਮੈਂ ਸਾਰਿਆਂ ਨੂੰ ਉੱਥੇ ਦਿੱਤਾ, ਔਰ ਮੇਰੇ ਨਾਲ ਮੈਂ ਇਕੱਲਾ ਨਹੀਂ ਸੀ, ਮੇਰੇ ਨਾਲ 4 ਬੰਦੇ ਹੋਰ ਸੀ। ਅਸੀਂ ਸਾਰਿਆਂ ਨੇ ਫਿਰ ਅਸੀਂ ਜਿਹੜੇ ਪੁਲਿਸ ਵਾਲਿਆਂ ਨੂੰ ਦਿੱਤਾ, ਉਹ ਸਾਰੇ ਤਕਰੀਬਨ ਮੇਰੇ ਖਿਆਲ ਸੇ 80% ਉਹ ਸਿੱਖ ਸੀਗੇ। ਅਸੀਂ ਉਹਨਾਂ ਨੂੰ ਕਿਉਂ ਦਿੰਦੇ? ਤੁਸੀਂ ਉੱਥੇ ਗਵਾਹ ਨੇ ਪੁਲਿਸ ਵਾਲੇ, ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ। ਅਸੀਂ ਤਾਂ ਮਤਲਬ ਜੋ ਚੀਜ਼ ਸਹੀ ਹੈ ਉਹ ਸਾਹਮਣੇ ਹੈ ਜੀ ਤੁਹਾਡੇ, ਅਸੀਂ ਕੁਝ ਛੁਪਾ ਕੇ ਨਹੀਂ ਕੀਤਾ। ਜੇ ਸਾਡੇ ਮਨ 'ਚ ਹੁੰਦਾ ਭੈਣ ਜੀ, ਜਿਹੜਾ ਤੁਸੀਂ ਸਵਾਲ ਮੇਰੇ ਤੋਂ ਪਹਿਲਾਂ ਵੀ ਕੀਤਾ ਵੀ ਤੁਸੀਂ ਆਪਣੇ ਪਬਲਿਸਿਟੀ ਲਈ, ਤਾਂ ਸਾਡੀ ਇੱਕ ਫੋਟੋ ਤਾਂ ਵਾਇਰਲ ਹੋਈ ਹੁੰਦੀ, ਸਾਡੀ ਇੱਕ ਵੀਡੀਓ ਤਾਂ ਬਣੀ ਹੁੰਦੀ ਸੀ। ਨਾ ਅਸੀਂ ਉੱਥੇ ਫੋਟੋਆਂ ਖਿੱਚੀਆਂ, ਨਾ ਅਸੀਂ ਕੋਈ ਵੀਡੀਓ ਬਣਾਈ ਉੱਥੇ, ਕਿਉਂਕਿ ਉਸ ਟਾਈਮ ਸਮਾਂ ਐਸਾ ਸੀ, ਉਸ ਟਾਈਮ ਫੋਟੋਆਂ ਤੇ ਵੀਡੀਓ ਦਾ ਸਮਾਂ ਨਹੀਂ ਸੀ। ਉਸ ਟਾਈਮ ਸਮਾਂ ਸੀ ਸੇਵਾ ਦਾ, ਅਸੀਂ ਸੇਵਾ ਹੀ ਕੀਤੀ। ਅਸੀਂ ਕਿਸੇ ਮਤਲਬ ਇਸ ਚੱਕਰ 'ਚ ਨਹੀਂ ਜਾਵਾਂਗੇ ਵੀ ਭਰਾ ਮੇਰੇ ਇਹ ਕਹਿਣ ਵੀ ਤੂੰ ਗਲਤ ਕੀਤਾ, ਮੈਂ ਉਸ ਲਈ ਮਾਫੀ ਮੰਗਦਾ। ਮਗਰ ਮੈਂ ਬਿਲਕੁਲ ਸਹੀ ਕੀਤਾ, ਮੈਂ ਉੱਥੇ ਸੇਵਾ ਲਈ ਗਿਆ, ਤੇ ਮੈਂ
ਜਾਂਦਾ ਰਵਾਂਗਾ। ਕਿੱਥੇ ਵੀ ਕਿਸੇ ਵੀ ਚੀਜ਼ ਤੇ ਲੋੜ ਹੋਊਗੀ ਸਾਡੀ ਸੰਸਥਾ ਪਹਿਲੇ ਆਧਾਰ ਤੇ ਪਹੁੰਚੇਗੀ। ਜੋ ਇੱਥੋਂ ਦੀਆਂ ਪਟਿਆਲੇ ਦੀਆਂ ਕੋਈ ਵੀ ਸਿੱਖ ਆਰਗੇਨਾਈਜੇਸ਼ਨਸ ਨੇ ਜਾਂ ਕੋਈ ਜੁੜੇ ਹੋਏ ਸਿੱਖ ਭਾਈਚਾਰੇ ਦੇ ਲੋਕ, ਉਹਨਾਂ ਨੇ ਵੀ ਇਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਸਾਡੇ ਨਾਲ, ਮੇਰੇ ਨਾਲ ਕਈ ਮੇਰੇ ਭਰਾ ਜੁੜੇ ਹੋਏ ਨੇ, ਉਹਨਾਂ ਦਾ ਮੈਨੂੰ ਫੋਨ ਆਇਆ, ਉਹਨਾਂ ਨੇ ਐਪਰੀਸ਼ੀਏਟ ਕੀਤਾ ਮੈਨੂੰ ਵੀ ਤੁਸੀਂ ਬਹੁਤ ਅੱਛਾ ਕੀਤਾ। ਤੇ ਵਿੱਚ ਇੱਕ ਦੋ ਭਰਾਵਾਂ ਨੇ ਇਹ ਵੀ ਕਿਹਾ ਵੀ ਤੈਨੂੰ ਕੀ ਲੋੜ ਸੀ ਜਾਣ ਦੀ, ਤੇਜ ਪ੍ਰਤਾਪ ਤੈਨੂੰ ਕੀ ਲੋੜ ਸੀ ਜਾਣ ਦੀ। ਮਗਰ ਮੈਂ ਇਹ ਸੋਚਦਾ ਵੀ ਜੇ ਕਿਸੇ ਨੂੰ ਲੰਗਰ ਦੇਣਾ ਗਲਤ ਹੈ ਤਾਂ ਮੈਂ ਗਲਤ ਹਾਂ, ਜੇ ਕਿਸੇ ਨੂੰ ਲੰਗਰ ਦੇਣਾ ਗਲਤ ਹੈ ਤਾਂ ਆਪਾਂ ਇਹ ਕਹੀਏ ਵੀ ਜੇ ਉਸ ਟਾਈਮ ਚਾਰ ਭਰਾ ਜੇ ਦੂਜੇ ਨੂੰ ਆਪਾਂ, ਇੱਕ ਭਰਾ ਆਪਣਾ ਰੁੱਸ ਗਿਆ ਹਿੰਦੂ ਵੀਰ, ਜੇ ਆਪਾਂ ਉਹਨੂੰ ਮਨਾ ਵੀ ਲਾਂਗੇ ਤੇ ਉਹ ਗਲਤ ਤਾਂ ਨਹੀਂ ਹੈ ਕੋਈ। ਮੈਂ ਇਹ ਤਾਂ ਨਹੀਂ ਕਹੂੰਗਾ ਕਿਸੇ ਨੂੰ ਵੀ ਤੁਸੀਂ ਨਾ ਮਨਾਓ। ਹਾਂ, ਉਹਨਾਂ ਨੇ ਮੇਰਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦੀ ਵੀਡੀਓ ਕਿਸੇ ਨੇ ਨਹੀਂ ਪਾਈ। ਉੱਥੇ ਦੇ ਜਿਹੜੇ ਪੰਡਤ ਜੀ ਸੀ, ਉੱਥੇ ਦੇ ਜਿਹੜੇ ਮੁੱਖ ਸੇਵਾਦਾਰ ਸੀ, ਉਹ ਸਾਨੂੰ ਮੇਰੀ ਕਾਰ ਤੱਕ ਛੱਡਣ ਆਏ ਨੇ। ਆ ਮੇਰੇ ਵੱਡੇ ਭਾਈ ਸਾਹਿਬ ਨੇ ਮੇਰੇ ਨਾਲ, ਇਹਨਾਂ ਨੇ ਵੀ ਦੱਸਿਆ, ਇਹਨਾਂ ਦੇ ਨਾਲ ਸਾਨੂੰ ਕਾਰ ਤੱਕ ਉਹ ਛੱਡਣ ਆਏ ਨੇ। ਵੀਰ ਜੀ ਵੀ ਤੁਸੀਂ ਦੱਸੋ ਕੋਈ ਸਾਡੇ ਲਈ ਸੇਵਾ। ਉਹ ਕੀ ਸੀਗਾ ਜੀ? ਉਹ ਭਾਈਚਾਰਾ ਹੀ ਸੀਗਾ। ਉਹਨਾਂ ਨੂੰ ਚੰਗਾ ਲੱਗਿਆ, ਕਈਆਂ ਨੂੰ ਚੰਗਾ ਲੱਗਦਾ, ਕਈਆਂ ਨੂੰ ਮਾੜਾ ਲੱਗਦਾ। ਹੁਣ ਜਿਨ੍ਹਾਂ ਨੂੰ ਮਾੜਾ ਲੱਗਦਾ ਉਹਨਾਂ ਦਾ ਮੈਂ ਬਦਲ ਤਾਂ ਨਹੀਂ ਸਕਦਾ ਵੀ ਉਹ ਕਿਉਂ ਕਰ ਰਹੇ ਨੇ ਸਾਡੇ। ਪਰ ਜਿਸ ਵੇਲੇ ਤੁਹਾਡਾ ਵਿਰੋਧ ਹੋ ਰਿਹਾ ਸੀਗਾ, ਜਦੋਂ ਉਹ ਕਾਫੀ ਜ਼ਿਆਦਾ ਭੜਕੇ ਹੋਏ ਸੀਗੇ ਜੋ ਲੋਕ ਉੱਥੇ ਹਿੰਦੂ ਸੰਗਠਨ ਦੇ ਸੀਗੇ, ਮੈਂ ਵੀ ਉਹ ਵੀਡੀਓ ਤੁਹਾਡੀ ਦੇਖ ਰਹੀ ਸੀਗੀ, ਉਹ 'ਚੋਂ ਇਹ ਵੀ ਕਹਿ ਰਹੇ ਸੀਗੇ ਪਾਣੀ ਦੇ ਵਿੱਚ ਜ਼ਹਿਰ ਮਿਲਾਈ ਹੋ ਸਕਦੀ ਹੈ ਜਾਂ ਇਹ ਕੋਈ ਇੰਟੈਲੀਜੈਂਸ ਦੇ ਬੰਦੇ ਹੋ ਸਕਦੇ ਨੇ। ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਮੈਨੂੰ, ਇਹ ਤੁਹਾਡਾ ਬੜਾ ਅੱਛਾ ਸਵਾਲ ਹੈ। ਉੱਥੇ 5-7 ਭਰਾ ਖੜੇ ਸੀ, ਉਹਨਾਂ ਨੇ ਕਿਹਾ ਜੀ ਵੀ ਸ਼ਾਇਦ ਉਸ 'ਚ ਜ਼ਹਿਰ ਨਾ ਹੋਏ, ਉਸ 'ਚ ਕੁਝ ਮਿਲਿਆ ਨਾ ਹੋਏ। ਉਹ ਤੇ ਜਿਹੜੇ ਮੇਰੇ ਨਾਲ ਖੜੇ ਹੋਏ ਸੀਗੇ ਹਿੰਦੂ ਸੰਗਠਨ ਵਾਲੇ, ਉਹ ਸੀਗੇ ਜਿਹੜੇ ਹਰੀਸ਼ ਸਿੰਘਲੇ ਦੇ ਨਾਲ ਸੀਗੇ। ਤੇ ਜਿਹੜੇ ਇੱਧਰਲੇ ਪਾਸੇ ਹਿੰਦੂ ਸੰਗਠਨ ਵਾਲੇ ਸੀਗੇ, ਜਿਹੜੇ ਮੰਦਿਰ ਦੇ ਬੰਦੇ ਸੀ, ਉਹਨਾਂ ਨੇ ਮੇਰੇ ਤੋਂ ਇੱਕ ਉਹ ਠੰਡਾ ਲਿਆ ਜੀ। ਉਹਨਾਂ ਨੇ ਜਦੋਂ ਉਹਨਾਂ ਨੇ ਵਰਡਿੰਗ ਕਹੀ, ਉਹਨਾਂ ਨੇ ਕਿਹਾ ਭਾਜੀ ਤੁਸੀਂ ਸਾਨੂੰ ਹੋਰ ਦਿਓ ਇੱਕ। ਉਹਦਾ ਮਤਲਬ ਕੀ ਸੀਗਾ ਜੀ? ਕਹਿੰਦੇ ਵੀ ਇਹਨਾਂ ਦਾ ਕੰਮ ਹੈ ਬੋਲਦੇ ਰਹਿਣਾ, ਇਹਨਾਂ ਨੇ ਹਰ ਇੱਕ ਚੰਗੀ ਗੱਲ ਤੇ ਕੁਐਸਚਨ ਕਰਨਾ ਹੈ। ਕਹਿੰਦੇ ਤੁਸੀਂ ਸਾਨੂੰ ਇੱਕ ਹੋਰ ਦਿਓ, ਜੇ ਅਸੀਂ ਜ਼ਹਿਰ ਮਿਲਾਇਆ ਹੋਗਾ ਕਹਿੰਦੇ ਅਸੀਂ ਜਲਦੀ ਮਰ ਜਾਵਾਂਗੇ। ਉਹਨਾਂ ਨੇ ਸਾਡੇ ਤੋਂ ਇੱਕ ਹੋਰ ਲਿਆ, ਕਿਉਂ? ਉਹ ਸਾਨੂੰ ਐਪਰੀਸ਼ੀਏਟ ਕਰਨ ਵਾਸਤੇ, ਨਾ ਕਿ ਸਾਡਾ ਵਿਰੋਧ ਕਰਨ ਵਾਸਤੇ। ਉਹਨਾਂ ਨੇ ਇੱਕ ਦੀ ਥਾਂ ਤੇ ਸਾਡੇ ਤੋਂ 2-2 ਠੰਡੇ ਲਏ ਜੀ। ਕਹਿੰਦੇ ਵੀਰ ਜੀ ਸਾਨੂੰ ਇੱਕ ਹੋਰ ਦਿਓ ਤੁਸੀਂ। ਪਰ ਜਿੰਨਾ ਉੱਥੇ ਭੜਕਾਹਟ ਦਾ ਮਾਹੌਲ ਬਣਿਆ ਹੋਇਆ ਸੀ, ਉਹ ਤੁਹਾਨੂੰ ਐ ਨਹੀਂ ਲੱਗਿਆ ਕਿ ਤੁਹਾਡੇ ਤੇ ਹਮਲਾ ਵੀ ਹੋ ਸਕਦਾ ਸੀ? ਦੇਖੋ ਜੀ, ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜਾਣਦੇ ਨੇ, ਜਿਨ੍ਹਾਂ ਦੇ ਅਸੀਂ ਦੁਆਰ ਜਾਂਦੇ ਹਾਂ। ਮਗਰ ਐਸਾ ਮੈਨੂੰ ਨਹੀਂ ਲੱਗਦਾ। ਕੁਝ ਕਾਂਸਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਹਮਲਾ, ਮੈਨੂੰ ਮਾਰਨ ਵਾਲੇ 5 ਤੇ ਬਚਾਉਣ ਵਾਲੇ ਮੈਨੂੰ 100 ਸੀਗੇ ਜੀ ਉੱਥੇ। ਪਰ ਮਾਹੌਲ ਬਹੁਤ ਜ਼ਿਆਦਾ ਸੈਂਸਿਟਿਵ, ਮਾਹੌਲ ਤਾਂ ਸਵੇਰ ਦਾ ਹੀ ਚੱਲ ਰਿਹਾ ਸੀਗਾ ਜੀ। ਇਹ ਵੀ ਆਪਾਂ ਨਾ ਅਸੀਂ ਕਿਸੇ ਇੱਕ ਧਿਰ ਦਾ ਪੱਖ ਨਹੀਂ ਇੱਥੇ ਤੁਹਾਡੇ ਸਾਹਮਣੇ ਰੱਖ ਰਹੇ। ਹਿੰਦੂ ਸੰਗਠਨ ਨੇ ਭਾਵੇਂ ਸਿੱਖ ਸੰਗਠਨ ਨੇ, ਸਾਡੀ ਸਾਰਿਆਂ ਦੇ ਨਾਲ ਹੀ ਹਮਦਰਦੀ ਹੈ ਹਨਾ। ਜੋ ਚਲੋ ਜਿਸ ਤਰੀਕੇ ਨਾਲ ਉਹ ਵਿਰੋਧ ਕਰ ਰਹੇ ਸੀ ਹਿੰਦੂ ਸੰਗਠਨ ਨੇ, ਜਿਹੜੇ ਉਹਨਾਂ ਦੀਆਂ ਵੀ ਆਪਣੀਆਂ ਭਾਵਨਾਵਾਂ ਹਰਟ ਹੋਈਆਂ, ਸਿੱਖਾਂ ਦੀਆਂ ਵੀ ਆਪਣੀਆਂ ਹਰਟ ਹੋਈਆਂ। ਪਰ ਜਿੰਨੀ ਜ਼ਿਆਦਾ ਮਾਹੌਲ ਦੇ ਵਿੱਚ ਗਰਮਾਈ ਸੀ, ਉਹਨੂੰ ਦੇਖ ਕੇ ਐਂ ਲੱਗਦਾ ਸੀਗਾ ਕਿ ਉੱਥੇ ਕੁਝ ਵੀ ਹੋ ਸਕਦਾ ਸੀ। ਫਿਰ ਪ੍ਰਸ਼ਾਸਨ ਤੇ ਗੱਲ ਆਉਂਦੀ ਕਿ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਗਏ, ਫਿਰ ਪ੍ਰਸ਼ਾਸਨ ਨੇ ਕਹਿਣਾ ਸੀ ਕਿ ਇਸ ਤਰ੍ਹਾਂ ਰੋਕਦੇ ਰਹੇ, ਲੋਕ ਆਪ ਹੀ ਆਉਂਦੇ ਰਹੇ। ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਮਾਹੌਲ ਹੋਰ ਜ਼ਿਆਦਾ ਖਰਾਬ ਹੋ ਜਾਂਦਾ? ਭੈਣ ਜੀ, ਮੈਂ ਪਹਿਲਾਂ ਵੀ ਇੱਕ ਗੱਲ ਕਹੀ ਵੀ ਸਾਡਾ ਕੰਮ ਹੈ ਸੇਵਾ ਕਰਨਾ, ਵਿਰੋਧ ਵਾਲਿਆਂ ਨੇ ਵਿਰੋਧ ਕਰਨਾ, ਅਸੀਂ ਆਪਣੀ ਸੇਵਾ ਕਰਦੇ ਰਹਾਂਗੇ। ਜੇ ਇਵੇਂ ਜੀ ਗੱਲ ਹੁੰਦੀ, ਅਸੀਂ ਕਈ ਥਾਵਾਂ ਤੇ ਗਏ ਹਾਂ ਜਿੱਥੇ ਦੰਗੇ ਵੀ ਹੋਏ ਆ, ਉੱਥੇ ਵੀ ਅਸੀਂ ਸੇਵਾ ਕੀਤੀ ਹੈ। ਫਿਰ ਆਪਾਂ ਇਸ ਡਰ ਦੇ ਮਾਹੌਲ ਤੋਂ ਆਪਾਂ ਜਾਈਏ ਹੀ ਨਾ ਕਿੱਥੇ, ਆਪਣੇ ਘਰੇ ਬੈਠ ਜਾਈਏ। ਫਿਰ ਸੇਵਾ ਸੰਸਥਾਵਾਂ ਇੰਨੀਆਂ ਚੱਲ ਰਹੀਆਂ ਨੇ, ਉਹ ਸਾਰੇ ਆਪਣੇ ਘਰੇ ਬੈਠ ਜਾਣ। ਮੈਂ ਆਪਣਾ ਕੰਮ ਛੱਡ ਕੇ, ਮੈਂ ਕੋਈ ਪੈਸੇ ਤਾਂ ਲੈਂਦਾ ਨਹੀਂ ਕਿਸੇ ਤੋਂ, ਮੈਂ ਕੋਈ ਆਪਣੀ ਚਾਰਜਿਸ ਤਾਂ ਲੈਂਦਾ ਹੀ, ਮਹੀਨੇ ਦੇ ਮੈਂ ਆਪਣੇ ਪਾਊਂਗਾ। ਫਿਰ ਤਾਂ ਆਪਾਂ ਸਾਰੇ ਘਰੇ ਬੈਠ ਜਾਵਾਂਗੇ। ਇਸ ਕਰਕੇ ਮੈਨੂੰ ਨਹੀਂ ਲੱਗਿਆ ਵੀ ਕੁਛ ਐਵੇਂ ਜਿਹਾ, ਜੇ ਕੁਛ ਹੁੰਦਾ ਤਾਂ ਸ਼ਾਇਦ ਮੈਨੂੰ ਬਚਾਉਣ ਵਾਲੇ, ਜੇ ਮਾਰਨ ਵਾਲੇ 5 ਸੀ ਤਾਂ ਮੈਨੂੰ ਬਚਾਉਣ ਵਾਲੇ 100 ਸੀਗੇ। ਚਲੋ ਮੈਂ ਆਖਰੀ ਸਵਾਲ ਪੁੱਛਾਂ, ਹੁਣ ਇਹ ਸਾਰਾ ਕੁਝ ਹੋਇਆ, ਤੁਸੀਂ ਟਰੋਲ ਵੀ ਹੋਏ ਹੈ ਨਾ, ਤੁਹਾਡਾ ਪੱਖ ਵੀ ਅਸੀਂ ਲੈ ਰਹੇ ਹਾਂ ਇਸ ਟਾਈਮ ਤੇ। ਜਿਸ ਤਰੀਕੇ ਦਾ ਵਿਰੋਧ ਕੁਝ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਲੋਕ ਵੀ ਕਰ ਰਹੇ ਨੇ, ਤੁਸੀਂ ਉਸ ਧਰਮ ਦੇ ਫਲਸਫੇ ਨੂੰ ਫੋਲੋ ਕਰਦੇ ਹੋਏ ਲੰਗਰ ਲਗਾਉਣ ਗਏ, ਉਹਨਾਂ ਲੋਕਾਂ ਦੇ ਲਈ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਵੀ ਧਰਵਾਸ ਮਿਲੇ? ਜਾਂ ਹਿੰਦੂ ਸੰਗਠਨ ਜਿਹੜੇ ਲੋਕਾਂ ਦੇ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ, ਉਹਨਾਂ ਦੇ ਲਈ ਕੀ ਸਾਂਝਾ ਇੱਕ ਕੋਈ ਸੁਨੇਹਾ ਆਪਣੇ ਵੱਲੋਂ ਦੇਣਾ ਚਾਹੋ? ਮੈਂ ਆਪਣੇ ਵੱਲੋਂ ਇਹੀ ਦੇਵਾਂਗਾ, ਆਪਾਂ ਸਾਰੇ ਭਰਾ, ਆਪਾਂ ਸਾਰਿਆਂ ਨੇ ਰਲ ਮਿਲ ਕੇ ਚੱਲਣਾ। ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ, ਨਾ ਮੇਰਾ ਸਿੱਖ ਭਰਾ ਨਾਲ, ਨਾ ਮੇਰਾ ਹਿੰਦੂ ਭਰਾ ਨਾਲ। ਮੈਂ ਆਪਣੀ ਸੇਵਾ ਕਰਨ ਗਿਆ ਸੀ ਉੱਥੇ, ਤੇ ਕਿੱਥੇ ਵੀ ਲੋੜ ਪਏਗੀ ਮੈਂ ਦੁਬਾਰਾ ਜਾਵਾਂਗਾ। ਸਾਡੀ ਸੰਸਥਾ ਦੇ ਸਾਰੇ ਮੈਂਬਰ ਜਾਣਗੇ, ਸਾਨੂੰ ਕਿਸੇ ਨਾਲ ਕੋਈ ਵਿਰੋਧ ਨਹੀਂ। ਜੇ ਕਿਸੇ ਨੂੰ ਕੋਈ ਕਹਿੰਦੇ ਨੇ ਵੀ ਉੱਥੇ ਕੋਈ ਮਾੜਾ ਕਰਨ ਗਏ ਆ, ਫਿਰ ਆਪਾਂ ਸੇਵਾ ਕਰਨੀ ਬੰਦ ਕਰ ਦਈਏ? ਇਹ ਪੋਸੀਬਲ ਨਹੀਂ ਹੈ। ਇਹ ਸਾਡੀ ਸੰਸਥਾ ਦੇ ਵਿੱਚ, ਮੈਨੂੰ ਮੇਰੀ ਸੰਸਥਾ ਦੇ ਵਿੱਚ ਸਾਰੇ ਮੇਰੇ ਭਰਾਵਾਂ ਨੇ ਇੰਨਾ ਐਪਰੀਸ਼ੀਏਟ ਕੀਤਾ, ਔਰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਮੇਰੇ ਨਾਲ ਨੇ। ਤੁਸੀਂ, ਤੁਹਾਡਾ ਪੱਖ ਇਹ ਹੈ ਕਿ ਤੁਸੀਂ ਸਵੇਰ ਤੋਂ ਹੀ ਸੇਵਾ ਕਰ ਰਹੇ ਸੀ? ਜੀ ਬਿਲਕੁਲ। ਪੁਲਿਸ ਨੂੰ, ਮੀਡੀਆ ਨੂੰ, ਸਾਰਿਆਂ ਨੂੰ ਪਾਣੀ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਵੀ ਕਰ ਰਹੇ ਸੀ ਕਿ ਨਹੀਂ, ਉਹ ਤਾਂ ਕਲੀਅਰ ਹੋ ਜਾਏਗਾ ਜੀ।
ਜੇ ਆਪਾਂ ਫੋਟੋ ਖਿਚਾਣ ਗਏ ਹੁੰਦੇ, ਮੇਰੀ ਗੱਲ ਸਮਝੋ, ਤਾਂ ਮੇਰੇ ਖਿਆਲ ਸੇ ਉਹ ਪਰਮਾਤਮਾ ਦੀ ਲਾਠੀ 'ਚ ਆਵਾਜ਼ ਨਹੀਂ ਹੈ, ਮਗਰ ਉਸ ਜਦੋਂ ਪੈਂਦੀ ਹੈ ਨਾ ਇਨਸਾਨ ਦੇ, ਉੱਥੇ ਤੁਸੀਂ ਦੇਖੋ ਜੀ, ਮੈਨੂੰ ਜੇ ਟਰੋਲ ਕਰਨ ਵਾਲੇ 5 ਸੀ ਤਾਂ ਮੈਨੂੰ ਬਚਾਉਣ ਵਾਲੇ ਤੁਹਾਡੇ ਵਰਗੀ ਮੇਰੀਆਂ ਭੈਣਾਂ, ਮੇਰੇ ਭਰਾ ਕਈ ਮੇਰੇ ਕੋਲ ਆਏ ਨੇ, ਉਹਨਾਂ ਨੇ ਤੁਸੀਂ ਦੇਖੋ ਵੀ ਮੇਰੇ ਨਾਲ ਕਿੰਨਾ ਵਧੀਆ ਕੰਮ ਕੀਤਾ। ਜੇ ਮੈਂ ਗਲਤ ਕੰਮ ਕਰੂੰਗਾ ਤਾਂ ਮੇਰੇ ਤੋਂ ਗਲਤ ਕੁਐਸਚਨ ਹੀ ਪੁੱਛੇ ਜਾਣਗੇ। ਮੈਂ ਕੋਈ ਗਲਤ ਨਹੀਂ ਕੀਤਾ, ਮੈਂ ਸੇਵਾ ਕਰਨ ਗਿਆ ਅਤੇ ਇਹ ਸੇਵਾ ਬਰਕਰਾਰ ਚੱਲਦੀ ਰਹੀ। ਜੀ ਬਹੁਤ ਬਹੁਤ ਸ਼ੁਕਰੀਆ ਤੇਗ ਪ੍ਰਤਾਪ ਜੀ। ਤੇਗ ਪ੍ਰਤਾਪ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਜਿਹੜੇ ਟਰੋਲ ਵੀ ਹੋਏ ਨੇ, ਲੰਗਰ ਦੀ ਸੇਵਾ ਕਰਦੇ ਰਹੇ ਸੀ, ਪਰ ਇਹਨਾਂ ਦਾ ਪੱਖ ਹੈ ਕਿ ਇੱਕ ਪੱਖ ਦਿਖਾਇਆ ਗਿਆ। ਸਵੇਰ ਤੋਂ ਹੀ ਜਦੋਂ ਤੋਂ ਮਾਹੌਲ ਖਰਾਬ ਹੁੰਦਾ ਹੈ ਪਟਿਆਲਾ ਦੇ ਵਿੱਚ, ਉਦੋਂ ਤੋਂ ਹੀ ਸੇਵਾ ਕਰ ਰਹੇ ਸੀ। ਲੰਗਰ ਦੀ ਭਾਵਨਾ ਸਿੱਖ ਧਰਮ ਦੇ ਵਿੱਚ ਹਰ ਇੱਕ ਸਿੱਖ ਇਸ ਭਾਵਨਾ ਦੇ ਨਾਲ ਭਰਿਆ ਹੁੰਦਾ ਹੈ ਕਿ ਜਿੱਥੇ ਵੀ ਕੋਈ ਭੁੱਖਾ ਨਜ਼ਰ ਆਉਂਦਾ ਹੈ ਉਸ ਤੋਂ ਪਹਿਲਾਂ ਲੰਗਰ ਵਰਤਾਇਆ ਜਾਵੇ। ਇਹੀ ਕਾਰਨ ਹੈ ਕਿ ਸਿੱਖ ਕੌਮ ਦੇ ਜਾਂ ਸਿੱਖ ਭਾਈਚਾਰੇ ਦੇ ਚਰਚੇ ਨੇ ਪੂਰੇ ਵਿਦੇਸ਼ਾਂ 'ਚ, ਪੂਰੇ ਵਿਸ਼ਵ ਦੇ ਵਿੱਚ ਚਰਚੇ ਨੇ। ਫਿਲਹਾਲ ਅਸੀਂ ਇਹਨਾਂ ਦਾ ਪੱਖ ਜਾਣਿਆ, ਜਿਨ੍ਹਾਂ ਦੇ ਵੱਲੋਂ ਪੂਰਾ ਇਸ ਮਸਲੇ ਨੂੰ ਲੈ ਕੇ ਜੋ ਵੀ ਮਾਹੌਲ ਬਣਿਆ ਹੋਇਆ ਸੀ, ਨਾਰਾਜ਼ਗੀਆਂ ਨੇ, ਸਿੱਖ ਭਾਈਚਾਰੇ ਦੀਆਂ ਨਾਰਾਜ਼ਗੀਆਂ ਨੇ, ਇਹਨਾਂ ਦੇ ਨਾਲ ਕੁਝ ਹਿੰਦੂ ਸੰਗਠਨ ਨੇ ਜਿਹੜੇ, ਉਹਨਾਂ ਦੀਆਂ ਨਾਰਾਜ਼ਗੀਆਂ ਨੇ, ਪਰ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਪੱਖ ਸੁਣਨ ਤੋਂ ਬਾਅਦ ਕਿਤੇ ਨਾ ਕਿਤੇ ਉਹ ਨਾਰਾਜ਼ਗੀਆਂ ਜ਼ਰੂਰ ਦੂਰ ਹੋਣਗੀਆਂ। ਕੈਮਰਾਮੈਨ ਦਲਜੀਤ ਸਿੰਘ ਦੇ ਨਾਲ ਮੈਂ ਸਰਵੀਰ ਕੌਰ, ਰੋਜ਼ਾਨਾ ਸਪੋਕਸਮੈਨ ਟੀਵੀ।